हेलो ऑल स्टूडेंट क्लास 9th। आज ਅਸੀਂ पढ़न जा रहे हैं चैप्टर नंबर 2 हिस्ट्री एंड वीडियो नंबर 3। तो अज ਅਸੀਂ पढ़ते हैं सोशलिज्म की सपोर्ट टू सोशलिज्म वीडियो नंबर 3 क्लास 9th। लेट्स वी स्टार्ट। सपोर्ट फॉर सोशलिज्म 1.4। By the 1870s सोशलिस्ट आइडिया स्प्रैड थ्रू द यूरोप। ਹੁਣ 1870 ਤੱਕ ਕੀ ਹੁੰਦਾ ਹੈਗਾ ਕਿ ਜਿਹੜਾ ਸਮਾਜਵਾਦ ਦਾ ਆਈਡੀਆ ਹੈਗਾ ਪੂਰੇ ਯੂਰਪ ਦੇ ਵਿੱਚ ਫੈਲ ਜਾਂਦਾ। ਟੂ ਕੋਆਰਡੀਨੇਟ देयर एफर्ट्स सोशलिस्ट फॉर्मड ए इंटरनेशनल बॉडी नेमली द सैकेंड इंटरनेशनल। एक दूजे ਨਾਲ ਕੋਆਰਡੀਨੇਟ ਕਰਨ ਲਈ ਇੱਕ ਦੂਸਰੇ ਦੀ ਹੈਲਪ ਕਰਨ ਲਈ ਉਹਨਾਂ ਦੇ ਐਫਰਟਸ ਵਧਾਉਣ ਲਈ ਸਮਾਜਵਾਦੀ ਕੀ ਕਰਦੇ ਆ एक वर्ल्ड लैवल की संस्था बना लेंगे इंस्टीट्यूशन बना लेंगे जिन्हों वो कहते हैं इंटरनेशनल बॉडी जिसका नाम उन्होंने रखा होंगे सैकेंड इंटरनेशनल। तो समाजवादियों की एक संस्था हैगी अज भी मौजूद हैगी सैकेंड इंटरनेशनल। वर्कर इन इंग्लैंड एंड जर्मनी बिगेन फॉर्मिंग एसोसीएशन टू फाइट फॉर बैटर लिविंग एंड वर्किंग कंडीशन। ਹੁਣ ਜਿਹੜੇ ਵਰਕਰ ਹੁੰਦੇ ਆ ਇੰਗਲੈਂਡ ਦੇ ਵਿੱਚ ਫੈਕਟਰੀਆਂ ਵਿੱਚ ਕੰਮ ਕਰਦੇ ਹੁੰਦੇ ਆ, ਘਰਾਂ 'ਚ ਕੰਮ ਕਰਦੇ ਹੁੰਦੇ ਆ, ਜਰਮਨੀ ਦੇ ਵਿੱਚ ਵੀ ਜਿਹੜੇ ਹੁੰਦੇ ਆ ਉਹ ਐਸੋਸੀਏਸ਼ਨ ਫਾਰਮ ਕਰਦੇ ਆ, ਆਪਣੇ ਸੰਗਠਨ ਬਣਾ ਲੈਂਦੇ ਆ ਜਿਹੜੀਆਂ ਹੈਗੀਆਂ ਫਾਈਟ ਫਾਰ ਬੈਟਰ ਲਿਵਿੰਗ। ਅਤੇ ਉਹ ਕਹਿੰਦੇ ਸਾਨੂੰ ਚੰਗੀਆਂ ਕੰਡੀਸ਼ਨ ਦਿੱਤੀਆਂ ਜਾਣ, ਚੰਗੀਆਂ ਵਰਕਿੰਗ ਕੰਡੀਸ਼ਨਸ ਹੋਣ ਅਤੇ ਉਹਨਾਂ ਦੀ ਲਾਈਫ ਜਿਹੜੀ ਹੈਗੀ ਹੈ ਬੈਟਰ ਲਿਵਿੰਗ ਹੋਵੇ, ਉਹਨਾਂ ਨੂੰ ਕੰਮ ਦੇ ਬਦਲੇ ਵਧੀਆ ਪੈਸਾ ਮਿਲੇ। ਦੇ ਸੈਟ ਅਪ ਫੰਡਸ ਟੂ ਹੈਲਪ ਮੈਂਬਰਸ ਇਨ ਟਾਈਮਸ ਆਫ ਡਿਸਟਰੈਸ ਐਂਡ ਡਿਮਾਂਡਡ ਆ ਰਿਡਕਸ਼ਨ ਆਫ ਵਰਕਿੰਗ ਆਵਰਸ ਐਂਡ ਦਾ ਰਾਈਟ ਟੂ ਵੋਟ। ਹੁਣ ਉਹ ਕੀ ਕਰਦੇ ਆ ਇੱਕ ਫੰਡ ਬਣਾਉਂਦੇ ਆ ਜਿਹੜਾ ਹੈਲਪ ਕਰਦਾ ਜਦੋਂ ਕਿਸੇ ਵੀ ਵਰਕਰ ਜਿਹੜਾ ਹੈਗਾ ਡਿਸਟਰੈਸ ਦੀ ਸਿਚੁਏਸ਼ਨ 'ਚ ਹੁੰਦਾ। ਯੂ ਵਿਲ ਫਾਈਂਡ ਅ ਵਰਡ ਡਿਸਟਰੈਸ ਐਂਡ ਡਿਮਾਂਡ ਆ ਰਿਡਕਸ਼ਨ ਆਫ ਵਰਕਿੰਗ ਆਵਰਸ। ਅਤੇ ਉਹ ਕਹਿੰਦੇ ਕੰਮ ਦੇ ਘੰਟਿਆਂ ਨੂੰ ਘੱਟ ਕਰੋ। ਉਸੇ ਟਾਈਮ ਤੋਂ ਜਿਹੜਾ ਹੈਗਾ ਪੂਰੇ ਵਰਲਡ ਦੇ ਵਿੱਚ ਇੱਕ ਰੂਲ ਬਣਿਆ ਸੀ ਜਿਹਨੂੰ ਕਹਿੰਦੇ ਆ 8 ਘੰਟੇ ਕੰਮ, 8 ਘੰਟੇ ਆਰਾਮ ਐਂਡ 8 ਘੰਟੇ ਇੰਟਰਟੇਨਮੈਂਟ ਦਾ। ਕਿ ਇੱਕ ਵਿਅਕਤੀ ਜਿਹੜਾ ਹੈਗਾ ਪੂਰੇ ਦਿਨ ਵਿੱਚ ਸਿਰਫ 8 ਘੰਟੇ ਕੰਮ ਕਰੂਗਾ ਔਰ ਪੂਰੇ ਦਿਨ ਦੇ ਵਿੱਚ ਦਿਨ ਦੇ 24 ਘੰਟਿਆਂ ਦੇ ਵਿੱਚ ਉਹ 8 ਘੰਟੇ ਉਹ ਰੈਸਟ ਕਰੂਗਾ, ਨੀਂਦ ਪੂਰੀ ਕਰੂਗਾ ਆਪਣੀ, ਔਰ 8 ਘੰਟੇ ਉਹ ਇੰਟਰਟੇਨਮੈਂਟ ਜਿਹੜੀ ਹੈਗੀ ਆ ਮੈਂਟਲ ਹੈਲਥ ਲਈ, ਇੰਟਰਟੇਨਮੈਂਟ ਲਈ ਕੋਈ ਵੀ ਆਪਣੀ ਕੋਈ ਗੇਮ ਪਲੇਇੰਗ ਜਾਂ ਕੋਈ ਵਾਚਿੰਗ TV ਨਿਊਜ਼ਪੇਪਰ ਕੁਛ ਵੀ ਹੋ ਸਕਦਾ ਉਹ ਕਰ ਸਕਦਾ। ਤਾਂ ਉਹ ਕਹਿੰਦੇ ਕੰਮ ਦੇ ਘੰਟੇ ਘਟਾਏ ਜਾਣਗੇ। ਇਹ ਤੋਂ ਪਹਿਲਾਂ ਫੈਕਟਰੀਆਂ ਦੇ ਵਿੱਚ 20 ਘੰਟੇ ਕੰਮ ਜਿਹੜਾ ਹੈਗਾ ਕਿਸੇ ਵਿਅਕਤੀ ਤੋਂ ਲਿਆ ਜਾਂਦਾ ਸੀਗਾ। ਐਂਡ ਡਿਮਾਂਡਡ ਰਿਡਕਸ਼ਨ ਆਫ ਵਰਕਿੰਗ ਆਵਰਸ ਐਂਡ ਦਾ ਰਾਈਟ ਟੂ ਵੋਟ। ਅਤੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ। ਜਰਮਨੀ ਦੇ ਵਿੱਚ ਕੀ ਹੁੰਦਾ ਦੀਜ਼ ਐਸੋਸੀਏਸ਼ਨ ਵਰਕਡ ਕਲੋਜ਼ਲੀ ਵਿਦ ਅ ਸੋਸ਼ਲ ਡੈਮੋਕ੍ਰੇਟਿਕ ਪਾਰਟੀ। ਅਤੇ ਜਰਮਨੀ ਦੇ ਵਿੱਚ ਜਿਹੜੀਆਂ ਐਸੋਸੀਏਸ਼ਨ ਹੁੰਦੀਆਂ ਉਹ ਕੰਮ ਕਰਨ ਲੱਗਦੀਆਂ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਐਂਡ ਹੈਲਪ ਇਟ ਵਿਨ ਪਾਰਲੀਮੈਂਟਰੀ ਸੀਟਸ। ਅਤੇ ਉਹ ਹੈਲਪ ਕਰਦੀਆਂ SPD ਦੀ ਜਿਹੜੀਆਂ ਉਹਨਾਂ ਦੀਆਂ ਪਾਰਲੀਮੈਂਟ ਸੀਟ ਦੇ ਜਿੱਤਣ ਦੇ ਵਿੱਚ, ਕਿਉਂਕਿ ਸਪੋਰਟ ਕਰਦੀਆਂ ਸਾਰੇ ਵਰਕਰ ਜਿਹੜੇ ਹੁੰਦੇ ਉੱਧਰ ਵੋਟ ਪਾਉਂਦੇ ਆ ਅਤੇ SPD ਜਿਹੜੀ ਹੈਗੀ ਜਿੱਤ ਜਾਂਦੀ ਆ। ਬਾਈ 1905 1905 ਦੇ ਵਿੱਚ ਕੀ ਹੁੰਦਾ ਸੋਸ਼ਲਿਸਟ ਐਂਡ ਟ੍ਰੇਡ ਯੂਨੀਅਨਸ ਫਾਰਮਡ ਲੇਬਰ ਪਾਰਟੀ। ਸਮਾਜਵਾਦੀ ਅਤੇ ਜਿਹੜੇ ਟ੍ਰੇਡ ਯੂਨੀਅਨਸ ਹੁੰਦੇ ਆ ਉਹ ਕੀ ਕਰਦੇ ਆ 1905 ਦੇ ਵਿੱਚ ਇੱਕ ਪਾਰਟੀ ਬਣਾਉਂਦੇ ਆ ਜਿਹਦਾ ਨਾਮ ਹੁੰਦਾ ਲੇਬਰ ਪਾਰਟੀ ਇਨ ਬ੍ਰਿਟੇਨ ਦੇ ਵਿੱਚ ਐਂਡ ਸੋਸ਼ਲਿਸਟ ਪਾਰਟੀ ਇਨ ਫਰਾਂਸ। ਹੁਣ ਲੇਬਰ ਪਾਰਟੀ ਬਣਦੀ ਆ ਬ੍ਰਿਟੇਨ ਦੇ ਵਿੱਚ ਅਤੇ ਸਮਾਜਵਾਦੀ ਪਾਰਟੀ ਬਣਦੀ ਆ ਫਰਾਂਸ ਦੇ ਵਿੱਚ। ਹਾਊਐਵਰ ਟਿਲ 1914 ਸੋਸ਼ਲਿਸਟ ਨੈਵਰ ਸਕਸੀਡ ਇਨ ਫਾਰਮਿੰਗ ਗੌਰਮੈਂਟ ਇਨ ਯੂਰਪ। ਅਤੇ 1914 ਈਸਵੀ ਤੱਕ ਕੀ ਹੁੰਦਾ ਹੈਗਾ ਸਮਾਜਵਾਦੀ ਸਫਲ ਨਹੀਂ ਹੁੰਦੇ ਗੇ ਯੂਰਪ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਾਉਣ ਲਈ। represented by strong figures in parliament politics their idea did shape legislation। ਪਰ ਜਿਹੜੀ ਉਹਨਾਂ ਦੀ ਰਿਪਰੈਜ਼ੈਂਟੇਟਿਵ ਹੁੰਦੇ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਆ ਉਹਨਾਂ ਦੀ ਸਟਰੋਂਗ ਫਿਗਰ ਹੁੰਦੀ ਪਾਰਲੀਮੈਂਟ ਵਿੱਚ। ਬਹੁਤ ਸਾਰੇ ਉਹਨਾਂ ਦੇ MLA ਜਾਂ MP ਜਿਹੜੇ ਸਮਾਜਵਾਦੀਆਂ ਦੇ ਉਹਦੇ ਵਿੱਚ ਹੁੰਦੇ ਆ ਪਾਰਲੀਮੈਂਟ ਦੇ ਵਿੱਚ ਹੁੰਦੇ ਆ। ਉਹ ਫਿਰ ਕੀ ਕਰਦੇ ਆ ਆਈਡੀਆ ਨੂੰ ਸ਼ੇਪ ਕਰਦੇ ਆ ਲੈਜਿਸਲੇਸ਼ਨ। ਉਹਨਾਂ ਦੇ ਆਈਡੀਆ ਇੰਪੈਕਟ ਹੁੰਦਾ ਉਹਨਾਂ ਦਾ ਜਿਹੜੇ ਨਵੇਂ ਡਿਸੀਜ਼ਨ ਆ ਰਹੇ ਹੁੰਦੇ ਨਵੇਂ ਕਾਨੂੰਨ ਆ ਰਹੇ ਹੁੰਦੇ ਉਹਨਾਂ ਦੇ ਉੱਪਰ ਸਮਾਜਵਾਦੀਆਂ ਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ। ਬਟ ਗੌਰਮੈਂਟ ਕੰਟੀਨਿਊ ਟੂ ਬੀ ਰਨ ਬਾਏ ਕੰਜ਼ਰਵੇਟਿਵ।
बट हाले तक जी सरकार सी सिर्फ कंजरवेटिव पुराने रूढ़ीवादी लोग ही चला रहे सी, लिबरल एंड रैडिकल्स, या फिर उन्होंने लिबरल चला रहे सी या रैडिकल चला रहे सी। Imagine that इधर तुसी पढ़ सकते हो, meeting has been called in your area, discuss the socialist idea doing away with private property and introducing collective ownership. Write the speech you would make at the meeting if you are a poor labor working in the fields, a medium level landowner, a house of owners। क्या तुसी इस मीटिंग बुला सकते हो, डिस्कस कर सकते हो समाजवादी आइडिया। ਹੁਣ ਇੱਕ ਤੁਹਾਡੇ ਸਾਹਮਣੇ ਪਿਕਚਰ ਆ, ਤੁਸੀਂ ਦੇਖ ਸਕਦੇ ਹੋ ਕਿ ਸਟਰਗਲ ਸ਼ੋ ਕੀਤੀ ਗਈ ਆ ਰੈਵੋਲੂਸ਼ਨਰੀ ਪੇਂਟਿੰਗ ਦੇ ਵਿੱਚ। ਦਿਸ ਇਜ਼ ਏ ਪੇਂਟਿੰਗ ਆਫ ਪੈਰਿਸ ਕਮਿਊਨ ਆਫ 1871, ਲੰਡਨ ਨਿਊਜ਼ ਨੇ ਛਾਪੀ ਆ। ਇਟ ਪ੍ਰੋਟਸ ਦ ਸੀਨ ਫਰੋਮ ਦ ਪੋਪੂਲਰ ਅਪਰਾਈਜ਼ਿੰਗ ਇਨ ਪੈਰਿਸ ਬਿਟਵੀਨ ਮਾਰਚ ਐਂਡ ਮੇ 1871। ਤਾਂ ਉਹਨਾਂ ਨੇ ਇੱਕ ਸੰਘਰਸ਼ ਦਿਖਾਇਆ ਹੋਇਆ ਹੈਗਾ ਪੈਰਿਸ ਦੇ ਵਿੱਚ, ਤੇ ਇਹ ਇੱਕ ਪੁਰਾਣੀ ਪਿਕਚਰ ਜਿਹੜੀ ਹੈਗੀ ਲੰਡਨ ਨਿਊਜ਼ਪੇਪਰ ਨੇ ਛਾਪੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਐਂਡ ਨੈਕਸਟ ਅਸੀਂ ਪੜ੍ਹਦੇ ਹਾਂ ਸਾਡਾ ਨੈਕਸਟ ਜਿਹੜਾ ਇਸ ਚੈਪਟਰ ਦਾ ਮੇਨ ਟੌਪਿਕ ਹੈਗਾ ਦ ਰਸ਼ੀਅਨ ਰੈਵੋਲੂਸ਼ਨ। ਅਤੇ ਹੁਣ ਰਸ਼ੀਆ ਦੇ ਵਿੱਚ ਉਹ ਪਹਿਲਾਂ ਪੂਰੇ ਯੂਰਪ 'ਚ ਸਪਰੈਡ ਹੋ ਰਿਹਾ ਸੀ ਆਈਡੀਆ, ਅਤੇ ਰਸ਼ੀਆ ਦੇ ਵਿੱਚ ਕਿਵੇਂ ਉਹ ਆਈਡੀਆ ਸਮਾਜਵਾਦ ਦਾ ਘਰ ਕਰ ਜਾਂਦਾ ਉਹ ਪੜ੍ਹਦੇ ਹਾਂ ਆਪਾਂ। ਦੀ ਰਸ਼ੀਅਨ ਰੈਵੋਲੂਸ਼ਨ, ਅਤੇ ਇੱਥੋਂ ਸਾਡਾ ਮੇਨ ਚੈਪਟਰ ਸਟਾਰਟ ਹੁੰਦਾ। ਇਨ ਵਨ ਆਫ ਦ ਲੀਸਟ ਇੰਡਸਟਰੀਅਲਾਈਜ਼ਡ ਆਫ ਯੂਰਪਨ ਸਟੇਟ ਦਿਸ ਸਿਚੁਏਸ਼ਨ ਵਾਜ਼ ਰਿਵਰਸਡ। Socialists took over the government in Russia through the October Revolution of 1917। ਤਾਂ ਇਹੀ ਜਿਹੜੇ ਹੈਗਾ ਇੰਡਸਟਰੀਅਲਾਈਜ਼ ਜਿਹੜਾ ਯੂਰਪ ਦੇ ਵਿੱਚ ਹੋ ਰਿਹਾ ਸੀਗਾ, ਸਿਚੁਏਸ਼ਨ ਵਾਜ਼ ਰਿਵਰਸਡ ਹੁੰਦੀ ਆ ਕਿੱਥੇ, ਰਸ਼ੀਆ ਦੇ ਵਿੱਚ। ਜਿਹੜੇ ਹੁੰਦੇ ਆ ਸੋਸ਼ਲਿਸਟ ਹੁੰਦੇ ਆ ਉਹ ਗੌਰਮੈਂਟ ਉੱਪਰ ਕਬਜ਼ਾ ਕਰ ਲੈਂਦੇ ਆ ਥਰੂ ਅਕਤੂਬਰ ਰੈਵੋਲੂਸ਼ਨ ਆਫ 1917। ਅਤੇ 1917 ਵਿੱਚ ਰਸ਼ੀਆ ਵਿੱਚ ਇੱਕ ਰੈਵੋਲੂਸ਼ਨ ਹੁੰਦੀ ਹੈ, ਕ੍ਰਾਂਤੀ ਹੁੰਦੀ ਆ, ਜਿਹਦੇ ਵਿੱਚ ਮਨਾਰਕ ਨੂੰ ਹਟਾ ਦਿੱਤਾ ਜਾਂਦਾ ਐਂਡ ਜਿਹੜੇ ਸਮਾਜਵਾਦੀ ਹੁੰਦੇ ਆ ਉਹ ਸੱਤਾ ਉੱਪਰ ਹਾਵੀ ਹੋ ਜਾਂਦੇ ਆ, ਪਾਵਰ ਉਹਨਾਂ ਦੇ ਹੱਥ ਵਿੱਚ ਆ ਜਾਂਦੀ ਆ। ਦ ਫਾਲ ਆਫ ਮਨਾਰਕੀ ਇਨ ਫੈਬਰਰੀ 1917। ਅਤੇ ਜਿਹੜਾ ਮਨਾਰਕੀ ਆ ਉੱਥੇ ਰਸ਼ੀਆ ਦੇ ਵਿੱਚ ਉਹਨੂੰ ਡੇਗ ਦਿੱਤਾ ਜਾਂਦਾ 1917 ਦੇ ਵਿੱਚ। ਐਂਡ ਈਵੈਂਟ ਆਫ ਅਕਤੂਬਰ ਆਰ ਨੋਰਮਲੀ ਕਾਲਡ ਆ ਰਸ਼ੀਅਨ ਰੈਵੋਲੂਸ਼ਨ। ਤਾਂ ਅਕਤੂਬਰ ਰੈਵੋਲੂਸ਼ਨ ਜਿਹੜੀ ਹੁੰਦੀ ਆ ਉਹਨੂੰ ਆਪਾਂ ਰਸ਼ੀਅਨ ਹਿਸਟਰੀ ਵਿੱਚ ਰਸ਼ੀਅਨ ਰੈਵੋਲੂਸ਼ਨ ਕਹਿੰਦੇ ਹਾਂ। ਹਾਊ ਡਿਡ ਦਿਸ ਕੇਮ ਅਬਾਊਟ, ਇਹ ਕਿਵੇਂ ਹੋਈ। ਵਟ ਵਾਰ ਦਾ ਸੋਸ਼ਲ ਐਂਡ ਪੋਲੀਟੀਕਲ ਕੰਡੀਸ਼ਨ ਇਨ ਰਸ਼ੀਆ, ਇਸ ਰਸ਼ੀਆ ਦੇ ਸਮਾਜਿਕ ਅਤੇ ਰਾਜਨੀਤਿਕ ਕੰਡੀਸ਼ਨ ਕਿਵੇਂ ਦੀ ਸੀਗੀ। ਵੈਨ ਰੈਵੋਲੂਸ਼ਨ ਔਕਰਡ, ਜਦੋਂ ਰੈਵੋਲੂਸ਼ਨ ਹੋਈ ਆ। ਤਾਂ ਪੜ੍ਹਦੇ ਹਾਂ ਆਪਾਂ ਅੱਗੇ ਨੈਕਸਟ। ਟੂ ਆਨਸਰ ਦੀਸ ਕੁਐਸਚਨ ਲੈਟ ਅਸ ਲੁੱਕ ਐਟ ਦਾ ਰਸ਼ੀਆ ਏ ਫਿਊ ਈਅਰ ਬਿਫੋਰ ਦਾ ਰੈਵੋਲੂਸ਼ਨ। ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਲਈ ਸਾਨੂੰ ਫਿਰ ਥੋੜ੍ਹਾ ਜਿਹਾ ਪੜ੍ਹਨਾ ਪਊਗਾ ਕਿ ਰੈਵੋਲੂਸ਼ਨ ਹੋਣ ਤੋਂ ਪਹਿਲਾਂ ਜਿਹੜੀ ਰਸ਼ੀਆ ਦੀ ਸਮਾਜਿਕ ਕੰਡੀਸ਼ਨ ਕੀ ਸੀ ਅਤੇ ਉਹਨਾਂ ਦੀ ਪੋਲੀਟੀਕਲ ਕੰਡੀਸ਼ਨ ਕੀ ਸੀਗੀ। ਵੀ ਸਮਾਜ ਵਿੱਚ ਕ੍ਰਾਂਤੀ ਉਦੋਂ ਹੀ ਵਾਪਰਦੀ ਆ ਜਦੋਂ ਕੋਈ ਪੋਲੀਟੀਕਲ ਜਿਹੜੀ ਹੁੰਦੀ ਆ, ਪਾਵਰ ਹੁੰਦੀ ਆ, ਉਹ ਆਮ ਲੋਕਾਂ ਦੇ ਉੱਪਰ ਜਿਹੜਾ ਹੈਗਾ ਅਤਿਆਚਾਰ ਕਰਦੀ ਹੈ, ਤਾਂ ਉਦੋਂ ਰੈਵੋਲੂਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਰਸ਼ੀਅਨ ਇੰਪਾਇਰ ਇਨ 1914, 1914। ਕ੍ਰਾਂਤੀ ਹੋਣ ਤੋਂ ਪਹਿਲਾਂ 2-3 ਸਾਲ ਪਹਿਲਾਂ ਦੀਆਂ ਗੱਲਾਂ ਬਾਰੇ ਅਸੀਂ ਪੜ੍ਹਦੇ ਹਾਂ ਕਿ 1914 ਦੇ ਵਿੱਚ ਕਿਹੋ ਜਿਹੇ ਹਾਲਾਤ ਸੀਗੇ ਰਸ਼ੀਆ ਦੇ। ਤਾਂ ਇੱਥੇ ਜਿਵੇਂ ਉਹਨਾਂ ਦੇ ਲੂਈ 1615 ਇੱਦਾਂ ਸੀਗੇ ਫਰੈਂਚ ਰੈਵੋਲੂਸ਼ਨ ਦੇ ਵਿੱਚ, ਉਵੇਂ ਹੀ ਰਸ਼ੀਆ ਦੇ ਵਿੱਚ ਜ਼ਾਰ ਹੁੰਦਾ ਸੀ, ਜ਼ਾਰ ਨਿਕੋਲਸ II ਇਨ ਦਾ ਵਾਈਟ ਹਾਲ ਆਫ ਦਾ ਵਿੰਟਰ ਪੈਲੇਸ ਦੇ ਵਿੱਚ। ਸੇਂਟ ਪੀਟਰਸਬਰਗ 19 ਪੇਂਟਡ ਬਾਏ ਅਰਨਸਟ ਲਿਪਗ, ਜਿਹਨੇ ਪੇਂਟਿੰਗ ਬਣਾਈ ਆ। ਲਿਪਗਾਰਡ 1847 to 1932। ਹੁਣ ਪੜ੍ਹਦੇ ਹਾਂ 1914 ਜ਼ਾਰ ਨਿਕੋਲਸ, ਇਹਦੇ ਵਿੱਚ ਟੀ ਸਾਈਲੈਂਟ ਆ, ਇਹਨੂੰ ਆਪਾਂ ਜ਼ਾਰ ਬੋਲਣਾ। ਨਿਕੋਲਸ ਸੈਕਿੰਡ ਰੂਲਡ ਰਸ਼ੀਆ ਐਂਡ ਇਟਸ ਇੰਪਾਇਰ। ਤਾਂ 1914 ਵਿੱਚ ਜਿਹੜਾ ਸੀਗਾ ਜ਼ਾਰ ਨਿਕੋਲਸ, ਉਹ ਰੂਲ ਕਰਦਾ ਸੀ ਰਸ਼ੀਆ ਦੀ ਇੰਪਾਇਰ ਦੇ ਉੱਪਰ। ਬਿਸਾਈਡਸ ਦਾ ਟੈਰੀਟਰੀ ਅਰਾਊਂਡ ਮਾਸਕੋ,
The Russian Empire included current-day Finland, Latvia, Lithuania, Estonia, part of Poland, Ukraine and Belarus। ਜਿੰਨੀਆਂ ਵੀ ਸਾਰੀਆਂ ਕੰਟਰੀਆਂ ਦੇ ਅਸੀਂ ਨਾਮ ਲਏ ਆ, ਫਿਨਲੈਂਡ, ਲਟੀਵਾ, ਲੁਥਿਆਨਾ, ਐਸਟੋਨੀਆ, ਪਾਰਟ ਆਫ ਪੋਲੈਂਡ, ਯੂਕਰੇਨ ਐਂਡ ਬੇਲਾਰੂਸ, ਸਾਰੀਆਂ ਹੀ ਜਿਹੜਾ ਹੈਗਾ ਇਹਦੇ ਉੱਪਰ ਜਿਹੜਾ ਰਸ਼ੀਆ ਦੇ ਅੱਜ ਦੇ ਰਸ਼ੀਆ ਦਾ ਕਬਜ਼ਾ ਸੀਗਾ। ਅਸੀਂ ਜਿਹੜਾ ਹੈਗਾ ਸਾਡੇ ਕੋਲ ਜ਼ਾਰ ਆ ਨਿਕੋਲਸ, ਉਹ ਇਹਦੇ ਉੱਪਰ ਰੂਲ ਕਰਦਾ ਸੀਗਾ। ਨੀਚੇ ਅਸੀਂ ਮੈਪ ਵੀ ਦੇਖਾਂਗੇ। ਇਟਸ ਸਟ੍ਰੈਚ ਆਫ ਟੂ ਦਾ ਪੈਸੀਫਿਕ ਐਂਡ ਕੰਪਰਾਈਜ਼ ਟੂ ਸੈਂਟਰਲ ਏਸ਼ੀਅਨ ਸਟੇਟ। ਤਾਂ ਸੈਂਟਰਲ ਏਸ਼ੀਅਨ ਸਟੇਟ ਵੀ ਇਹਦੇ ਵਿੱਚ ਸ਼ਾਮਲ ਸੀਗੇ, ਐਜ਼ ਵੈਲ ਐਜ਼ ਜਾਰਜੀਆ, ਅਰਮੀਨੀਆ ਐਂਡ ਅਜ਼ਰਬਾਈਜਾਨ ਵੀ ਇਹਦੇ ਵਿੱਚ ਸੀਗਾ। ਜਿਹੜੀਆਂ ਹੁਣ ਏਸ਼ੀਅਨ ਕੰਟਰੀਆਂ ਸੀ, ਜਾਰਜੀਆ ਵਰਗੀਆਂ, ਅਰਮੀਨੀਆ ਵਰਗੀਆਂ, ਅਜ਼ਰਬਾਈਜਾਨ ਵਰਗੀਆਂ, ਉਹ ਸਾਰੀਆਂ ਕੀ ਸੀਗੀਆਂ, ਰਸ਼ੀਆ ਦੇ ਲੈਂਡ ਟੈਰੀਟਰੀ ਦੇ ਵਿੱਚ ਸ਼ਾਮਲ ਸੀਗੀਆਂ। ਦ ਮੈਜੋਰਿਟੀ ਆਫ ਰਿਲੀਜਨ ਵਾਜ ਰਸ਼ੀਅਨ ਆਰਥੋਡੋਕਸ ਕ੍ਰਿਸਚੈਨਿਟੀ। ਤਾਂ ਹੁਣ ਜ਼ਿਆਦਾਤਰ ਜਿਹੜੇ ਲੋਕਾਂ ਦਾ ਜਿਹੜਾ ਰਿਲੀਜਨ ਸੀਗਾ, ਧਰਮ ਸੀਗਾ, ਉੱਥੇ ਆਰਥੋਡੋਕਸ ਕ੍ਰਿਸਚੈਨਿਟੀ ਸੀਗਾ। ਵਿਚ ਹੈਡ ਗਰੋਨ ਆਊਟ ਦਾ ਗ੍ਰੀਕ ਆਰਥੋਡੋਕਸ ਚਰਚ, ਜਿਹੜਾ ਕਿੱਥੋਂ ਗਰੋਨ ਹੋਇਆ, ਗ੍ਰੀਕ ਆਰਥੋਡੋਕਸ ਚਰਚ ਤੋਂ ਇਨਕਰੀਜ਼ ਹੋਇਆ। ਬਟ ਦਾ ਇੰਪਾਇਰ ਇਜ਼ ਆਲਸੋ ਇਨਕਲੂਡਡ ਕੈਥੋਲਿਕ। ਬਟ ਉਸ ਜਿਹੜਾ ਇੰਪਾਇਰ ਸੀ, ਹੁਣ ਬਹੁਤ ਸਾਰੇ ਦੇਸ਼ ਅਲੱਗ ਅਲੱਗ ਤਰ੍ਹਾਂ ਦੇ ਸੀ, ਏਸ਼ੀਅਨ ਵੀ ਸੀਗੇ, ਇਹਦੇ ਵਿੱਚ ਏਸ਼ੀਅਨ ਕੰਟਰੀ ਵੀ ਸੀਗੀਆਂ ਅਤੇ ਯੂਰਪੀਅਨ ਕੰਟਰੀ ਵੀ ਸੀਗੀਆਂ। ਇਸ ਕਰਕੇ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਧਰਮ ਇਨਕਲੂਡ ਸੀ। ਕੈਥੋਲਿਕ ਸੀਗੇ, ਪ੍ਰੋਟੈਸਟੈਂਟ ਸੀਗੇ, ਮੁਸਲਿਮ ਸੀਗੇ, ਬੁੱਧਿਸਟ ਸੀਗੇ, ਕਿਉਂਕਿ ਇਹਦੇ ਵਿੱਚ ਜਿਹੜੀਆਂ ਹੈਗੀਆਂ ਏਸ਼ੀਅਨ ਕੰਟਰੀਆਂ ਵੀ ਇਨਕਲੂਡ ਸੀਗੀਆਂ। ਇਸੇ ਕਰਕੇ ਬੁੱਧਿਸਟ ਧਰਮ ਵਰਗੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਵੀ ਇਹਦੇ ਵਿੱਚ ਸ਼ਾਮਲ ਹੋਈਆਂ। ਤਾਂ ਤੁਸੀਂ ਦੇਖ ਸਕਦੇ ਹੋ ਰਸ਼ੀਅਨ ਇੰਪਾਇਰ ਦੇ ਵਿੱਚ ਗ੍ਰੀਨ ਕਲਰ ਦੇ ਵਿੱਚ ਰਸ਼ੀਅਨ ਇੰਪਾਇਰ ਉਸ ਟਾਈਮ 'ਤੇ ਬਹੁਤ ਵੱਡਾ ਸੀਗਾ। ਤਾਂ ਇਹ ਰਸ਼ੀਅਨ ਇੰਪਾਇਰ ਤੁਸੀਂ ਦੇਖ ਸਕਦੇ ਹੋ। The map show the Russian Empire and a European country at the war during the First World War। ਤੇ ਫਸਟ ਵਰਲਡ ਵਾਰ ਦੇ ਸਮੇਂ ਦਾ ਇੱਕ ਮੈਪ ਲਿਆ ਗਿਆ, ਜਿਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਜਰਮਨੀ ਦਾ ਏਰੀਆ ਕਿੰਨਾ ਸੀਗਾ ਫਸਟ ਵਰਲਡ ਵਾਰ ਦੇ ਸਮੇਂ। ਫਰਾਂਸ, ਇੱਧਰ ਯੂਨਾਈਟਿਡ ਕਿੰਗਡਮ ਆ ਗਿਆ ਸਾਡੇ ਕੋਲ, ਇਟਲੀ ਅਲੱਗ ਸੀ, ਸਰਬੀਆ ਜਿਹੜਾ ਸੀਗਾ ਉਹ ਵੀ ਪਾਰਟ ਸੀਗਾ, ਰੋਮਾਨੀਆ, ਬਲਗਾਰੀਆ, ਆਟੋਮਨ ਅੰਪਾਇਰ। ਤਾਂ ਸਾਰਾ ਇਹ ਮੈਪ ਫਸਟ ਵਰਲਡ ਵਾਰ ਦਾ ਹੈਗਾ, ਤੁਹਾਡੇ ਸਾਹਮਣੇ ਦਿੱਤਾ ਹੋਇਆ, ਉਹਦੇ ਵਿੱਚ ਸ਼ੋਅ ਕੀਤਾ ਹੈਗਾ, ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ। ਕੁਛ ਚੀਜ਼ਾਂ ਪੜ੍ਹਨ ਵਾਲੀਆਂ ਕਿ ਸੈਂਟਰਲ ਪਾਵਰ ਕੌਣ ਸੀਗੇ। ਸੈਂਟਰਲ ਪਾਵਰ ਫਸਟ ਵਰਲਡ ਵਾਰ ਦੇ ਸਮੇਂ ਆਸਟਰੀਆ ਹੰਗਰੀ ਅਤੇ ਜਰਮਨੀ ਸੀਗਾ। ਤਾਂ ਇੱਦਾਂ ਇਹਨਾਂ ਦੀ ਵੰਡ ਕੀਤੀ ਹੋਈ ਆ, ਸਟੂਡੈਂਟ ਖੁਦ ਪੜ੍ਹ ਸਕਦੇ ਇਸ ਮੈਪ ਨੂੰ। ਸਾਡੇ ਕੋਲ ਸੈਕਿੰਡ ਪੁਆਇੰਟ ਆਉਂਦਾ, ਪੁਆਇੰਟ ਨੰਬਰ 2.2, ਇਕੋਨਮੀ ਅਤੇ ਸੁਸਾਇਟੀ। ਇਕੋਨਮੀ ਕਿੱਦਾਂ ਦੀ ਸੀਗੀ ਰਸ਼ੀਆ ਦੇ ਵਿੱਚ, ਅਤੇ 1914 ਤੋਂ ਲੈ ਕੇ 1914 ਤੋਂ ਲੈ ਕੇ ਜਿਹੜਾ ਹੈਗਾ ਰੈਵੋਲਿਊਸ਼ਨ ਹੋਣ ਤੱਕ, ਅਤੇ ਸੁਸਾਇਟੀ ਕਿੱਦਾਂ ਦੀ ਸੀ ਉਹਦੇ ਬਾਰੇ ਪੜ੍ਹਦੇ ਹਾਂ ਆਪਾਂ। ਐਟ ਦਾ ਬਿਗਿਨਿੰਗ ਆਫ ਦਾ 20th ਸੈਂਚੁਰੀ, ਜਦੋਂ 20th ਸੈਂਚੁਰੀ ਸਟਾਰਟ ਹੋਈ ਹੈ, ਦਾ ਵਾਸਟ ਮੈਜੋਰਿਟੀ ਆਫ ਰਸ਼ੀਆ ਪੀਪਲ ਵਰ ਐਗਰੀਕਲਚਰਿਸਟ। ਅਤੇ ਲੋਕ ਕਿੱਦਾਂ ਦੇ ਸੀਗੇ ਉੱਥੇ, ਜਦੋਂ 20th ਸੈਂਚੁਰੀ ਸ਼ੁਰੂ ਹੋਈ ਆ ਤਾਂ ਜ਼ਿਆਦਾਤਰ ਮੈਜੋਰਿਟੀ ਆਫ ਜਿਹੜੇ ਲੋਕ ਸੀ ਖੇਤੀਬਾੜੀ ਕਰਦੇ ਸੀ। ਅਬਾਊਟ 85% ਆਫ ਰਸ਼ੀਅਨ ਇੰਪਾਇਰਸ ਪਾਪੂਲੇਸ਼ਨ ਅਰਨ ਦੀਅਰ ਲਿਵਿੰਗ ਫਰੋਮ ਐਗਰੀਕਲਚਰ। ਅਤੇ ਆਪਣੀ ਜਿਹੜੀ ਰੋਜ਼ਮਰ੍ਹਾ ਦੀ ਜ਼ਿੰਦਗੀ ਲਈ ਜਿਹੜੀ ਆਪਣੀ ਉਹ ਉਪਜੀਵਿਕਾ ਸੀਗੀ, ਪੈਸੇ ਸੀਗੇ, ਅਰਨਿੰਗ ਸੀ, ਕਿੱਥੋਂ ਕਰਦੇ ਸੀਗੇ ਉਹ ਖੇਤੀਬਾੜੀ ਤੋਂ। ਦਿਸ ਪ੍ਰਪੋਰਸ਼ਨ ਵਾਜ਼ ਹਾਇਰ ਦੈਨ ਇਨ ਮੋਸਟ ਯੂਰਪੀਅਨ ਕੰਟਰੀਜ਼। ਅਤੇ ਇਹ ਪ੍ਰਪੋਰਸ਼ਨ ਜਿਹੜਾ ਸੀਗਾ ਵਾਜ਼ ਹਾਇਰ ਦੈਨ ਇਨ ਮੋਸਟ ਯੂਰਪੀਅਨ ਕੰਟਰੀ, ਨਾਲੋਂ ਇਹ ਪ੍ਰਪੋਰਸ਼ਨ ਜ਼ਿਆਦਾ ਸੀਗਾ ਕਿ ਉਹ ਖੇਤੀਬਾੜੀ ਕਰਦੇ ਸੀ। ਫਾਰ ਇੰਸਟਾਂਸ ਇਨ ਫਰਾਂਸ ਐਂਡ ਜਰਮਨੀ ਦਾ ਪ੍ਰਪੋਰਸ਼ਨ ਵਾਜ਼ ਬਿਟਵੀਨ 40% ਐਂਡ 50%। ਜਦੋਂ ਕਿ ਫਰਾਂਸ ਅਤੇ ਜਰਮਨੀ ਵਿੱਚ ਸਿਰਫ 40% ਅਤੇ 50% ਹੀ ਸ਼ਾਇਦ ਖੇਤੀ ਕੀਤੀ ਜਾਂਦੀ ਸੀ। ਇਨ ਦਾ ਅੰਪਾਇਰ ਕਲਟੀਵੇਟਰਸ ਪ੍ਰੋਡਿਊਸ ਫਾਰ ਦਾ ਮਾਰਕੀਟ ਐਜ਼ ਵੈਲ ਐਜ਼ ਦੀਅਰ ਓਨ ਨੀਡਸ ਐਂਡ ਰਸ਼ੀਆ ਵਾਜ਼ ਅ ਮੇਜਰ ਐਕਸਪੋਰਟਰ ਆਫ ਗ੍ਰੇਨ। ਅਤੇ ਹੁਣ ਕੀ ਸੀਗਾ, ਜੇ ਆਪਾਂ ਇੰਪਾਇਰ ਦੇ ਵਿੱਚ ਦੇਖੀਏ, ਰਸ਼ੀਅਨ ਇੰਪਾਇਰ ਦੇ ਵਿੱਚ ਜਿਹੜੀ ਖੇਤੀ ਹੁੰਦੀ ਸੀ ਉਹ ਆਪਣੇ ਲਈ ਤਾਂ ਕਰਦੇ ਹੀ ਕਰਦੇ ਸੀਗੇ, ਬਾਹਰ ਉਹ ਇੰਪੋਰਟ ਐਕਸਪੋਰਟ ਵੀ ਕਰਦੇ ਸੀਗੇ। ਇਹਨਾਂ ਦਾ ਮੁੱਖ ਕੰਮ ਕੀ ਸੀਗਾ, ਐਕਸਪੋਰਟ ਕਰਨਾ ਗ੍ਰੇਨ, ਫੂਡ ਗ੍ਰੇਨ, ਮਤਲਬ ਕਣਕ ਦੀ
ਕਣਕ ਵਰਗੀਆਂ ਫਸਲਾਂ ਨੂੰ ਇਹਨਾਂ ਨੇ ਬਾਹਰਲੇ ਮੁਲਕਾਂ 'ਚ ਵੇਚਣਾ ਹੁੰਦਾ ਸੀਗਾ। ਅਨਇੰਪਲਾਇਡ ਪੀਜੈਂਟ ਇਨ ਪ੍ਰੀ ਵਾਰ ਸੇਂਟ ਪੀਟਰਸਬਰਗ। ਹੁਣ ਅਨਇੰਪਲਾਇਮੈਂਟ ਦੀ ਸਿਚੁਏਸ਼ਨ ਆ ਗਈ, ਅੱਗੇ ਆਪਾਂ ਪੜ੍ਹਾਂਗੇ ਤਾਂ ਉਹਦੇ ਵਿੱਚ ਦੇਖੋ ਕਿੱਦਾਂ ਜਿਹੜਾ ਹੈਗਾ ਇੱਕ ਪਿਕਚਰ ਸ਼ੋ ਕੀਤੀ ਗਈ ਆ ਕਿ ਫੂਡ ਲਈ ਕਿੱਦਾਂ ਜਿਹੜੀ ਹੈਗੀ ਪ੍ਰੋਬਲਮ ਹੋ ਗਈ ਸੀਗੀ ਆਮ ਲੋਕਾਂ ਨੂੰ। ਮੈਨੀ ਸਰਵਾਈਵਡ ਬਾਈ ਈਟਿੰਗ ਐਟ ਚੈਰੀਟੇਬਲ ਕਿਚਨਸ ਐਂਡ ਲਿਵਿੰਗ ਇਨ ਪੂਅਰ ਹਾਊਸਿਸ। ਅਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਸਰਵਾਈਵ ਕਿੱਦਾਂ ਕੀਤਾ ਕਿ ਚੈਰੀਟੇਬਲ ਕਿਚਨ ਸੀਗੇ ਜਿਹਦੇ 'ਚ ਸਾਰਿਆਂ ਲੋਕਾਂ ਨੂੰ ਇਕੱਠੇ ਬਿਠਾ ਕੇ ਖਾਣਾ ਖਵਾਇਆ ਜਾਂਦਾ ਸੀਗਾ, ਤਾਂ ਉੱਦਾਂ ਫਿਰ ਲੋਕਾਂ ਦੀ ਜਾਨ ਬਚੀ। ਆਪਾਂ ਅੱਗੇ ਪੜ੍ਹਦੇ ਹਾਂ। ਇੰਡਸਟਰੀ ਵਾਜ਼ ਫਾਊਂਡ ਇਨ ਪੋਕਟ। ਆਪਾਂ ਦੇਖ ਸਕਦੇ ਹਾਂ ਕਿ ਇੰਡਸਟਰੀ ਵਾਜ਼ ਫਾਊਂਡ ਇਨ ਪੋਕਟ ਕੁਛ ਲੋਕਾਂ ਦੇ ਹੱਥਾਂ ਵਿੱਚ ਹੀ ਸੀਗੀ। ਪ੍ਰੋਮੀਨੈਂਟ ਇੰਡਸਟਰੀਅਲ ਏਰੀਆ ਵਾਰ ਸੇਂਟ ਪੀਟਰਸਬਰਗ ਐਂਡ ਮਾਸਕੋ। ਅਤੇ ਬਹੁਤ ਜ਼ਿਆਦਾ ਜਿਹੜਾ ਪ੍ਰੋਮੀਨੈਂਟ ਏਰੀਆ ਸੀ ਜਿੱਥੇ ਜ਼ਿਆਦਾਤਰ ਇੰਡਸਟਰੀਆਂ ਸੀਗੀਆਂ, ਫੈਕਟਰੀਆਂ ਸੀਗੀਆਂ, ਉਹ ਸੀਗਾ ਸੇਂਟ ਪੀਟਰਸਬਰਗ ਅਤੇ ਮਾਸਕੋ ਸੀਗਾ। ਕਰਾਫਟਸਮੈਨ ਜਿਹੜੇ ਹੁੰਦੇ ਆ, ਕਰਾਫਟਸਮੈਨ ਹੁੰਦੇ ਜਿਹੜੇ ਹੱਥ ਨਾਲ ਕੋਈ ਕੰਮ ਕਰਦੇ ਆ, ਜਿਨ੍ਹਾਂ ਨੂੰ ਕੋਈ ਹੈਂਡ ਵਰਕ ਆਉਂਦਾ ਹੁੰਦਾ, ਹੱਥੀਂ ਕੰਮ ਆਉਂਦਾ ਹੁੰਦਾ। ਕਰਾਫਟਸਮੈਨ ਅੰਡਰਟੁਕ ਮਚ ਆਫ ਦਾ ਪ੍ਰੋਡਕਸ਼ਨ ਬਟ ਲਾਰਜ ਫੈਕਟਰੀਜ਼ ਐਗਜ਼ਿਸਟਡ ਅਲੋਂਗਸਾਈਡ ਕਰਾਫਟ ਵਰਕਸ਼ਾਪਸ। ਮੈਨੀ ਫੈਕਟਰੀ ਵਰ ਸੈਟ ਅਪ ਇਨ 1890। Craftsmen undertook much of the production, but a large factory existed alongside crafts workshops. Many factories were set up in 1890। ਤਾਂ ਬਹੁਤ ਸਾਰੀਆਂ ਫੈਕਟਰੀਆਂ 1890 ਦੇ ਵਿੱਚ ਹੀ ਸੈਟਅਪ ਬਣਾਈਆਂ ਗਈਆਂ ਸੀ, ਸੈਟਅਪ ਕੀਤੀਆਂ ਗਈਆਂ ਸੀ। ਵੈਨ ਰਸ਼ੀਅਸ ਰੇਲਵੇ ਨੈਟਵਰਕ ਵਾਜ਼ ਐਕਸਟੈਂਡਡ। ਜਦੋਂ ਰਸ਼ੀਆ ਦਾ ਜਿਹੜਾ ਰੇਲਵੇ ਨੈਟਵਰਕ ਬਹੁਤ ਜ਼ਿਆਦਾ ਵੱਧ ਗਿਆ ਸੀ। ਐਂਡ ਫੋਰਨ ਇਨਵੈਸਟਮੈਂਟ ਇਨ ਇੰਡਸਟਰੀ ਇਨਕਰੀਜ਼ਡ। ਤਾਂ ਫੋਰਨ ਜਿਹੜੇ ਬੰਦੇ ਹੁੰਦੇ ਸੀਗੇ, ਦੂਸਰੇ ਦੇਸ਼ ਹੁੰਦੇ ਸੀਗੇ, ਉਹ ਇਨਵੈਸਟ ਕਰਨ ਲੱਗੇ ਸੀਗੇ ਰਸ਼ੀਆ ਦੀ ਇੰਡਸਟਰੀ ਦੇ ਵਿੱਚ। ਇਨਕਰੀਜ਼ ਮਤਲਬ ਵਾਧਾ ਹੋਇਆ, ਇੰਟਰਸਟ ਲੈਣ ਲੱਗੇ ਬਾਹਰਲੀਆਂ ਕੰਪਨੀਆਂ ਅਤੇ ਬਾਹਰਲੇ ਦੇਸ਼ ਕਿ ਰਸ਼ੀਆ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਵੇ ਅਤੇ ਲਾਭ ਪ੍ਰਾਪਤ ਕੀਤਾ ਜਾਵੇ। ਕੋਲ ਪ੍ਰੋਡਕਸ਼ਨ ਡਬਲ ਐਂਡ ਆਇਰਨ ਐਂਡ ਸਟੀਲ ਆਊਟਪੁੱਟ ਕੁਆਡਰਪਲ। ਹੁਣ ਕੋਲ ਪ੍ਰੋਡਕਸ਼ਨ ਕਿੰਨੀ ਹੋ ਗਈ ਸੀ? ਡਬਲ ਹੋ ਗਈ ਸੀਗੀ। ਅਤੇ ਆਇਰਨ ਐਂਡ ਸਟੀਲ ਜਿਹੜੀ ਸੀਗੀ ਉਹਦੀ ਪ੍ਰੋਡਕਸ਼ਨ ਹੋ ਗਈ ਸੀ 4 ਗੁਣਾ। By the 19s, in some area, factory workers and craftsmen were almost equal in number। 1900 ਤੱਕ ਜਿਹੜਾ ਹੈਗਾ ਏਰੀਆ ਫੈਕਟਰੀਆਂ ਦੇ ਵਿੱਚ ਵਰਕਰਸ ਜਿਹੜੇ ਬਰਾਬਰ ਹੀ ਸੀਗੇ, ਕਰਾਫਟਸਮੈਨ ਵਰ ਆਲਮੋਸਟ ਇਕੁਅਲ ਨੰਬਰ, ਬਰਾਬਰ ਦੇ ਮਾਤਰਾ ਦੇ ਵਿੱਚ ਹੀ ਸੀਗੇ। ਮਤਲਬ ਇੱਕੋ ਜਿਹੇ ਨੰਬਰ ਦੇ ਵਿੱਚ ਕਰਾਫਟਸਮੈਨ ਸੀ ਅਤੇ ਵਰਕਰ ਸੀਗੇ। ਕਰਾਫਟਸਮੈਨ ਹੁੰਦਾ ਜਿਹਨਾਂ ਨੂੰ ਕੋਈ ਸਪੈਸ਼ਲ ਕੰਮ ਆਉਂਦਾ, ਜਿਵੇਂ ਗੋਲਡ ਸਮਿਥ, ਆਇਰਨ ਸਮਿਥ, ਇੱਦਾਂ ਕਰਕੇ ਜਿਹੜੇ ਹੁੰਦੇ ਆ ਉਹ ਕਰਾਫਟਸਮੈਨ ਹੁੰਦੇ ਆ। ਮੋਸਟ ਇੰਡਸਟਰੀ ਵਾਜ਼ ਪ੍ਰਾਈਵੇਟ ਪ੍ਰੋਪਰਟੀ ਆਫ ਇੰਡਸਟਰੀਅਲਿਸਟ। ਹੁਣ ਉਹੀ ਗੱਲ ਆ ਗਈ ਹੈ ਕਿ ਜਿਹੜੀ ਬਹੁਤ ਜ਼ਿਆਦਾਤਰ ਫੈਕਟਰੀਆਂ ਸੀਗੀਆਂ ਉਹ ਪ੍ਰਾਈਵੇਟ ਸੀਗੀਆਂ, ਪ੍ਰਾਈਵੇਟ ਇੰਡਸਟਰੀਅਲਿਸਟ ਦੀ ਸੀਗੀਆਂ। ਗੌਰਮੈਂਟ ਸੁਪਰਵਾਈਜ਼ਡ ਲਾਰਜ ਫੈਕਟਰੀ ਟੂ ਇੰਸ਼ੋਰ ਮਿਨੀਮਮ ਵੇਜਸ ਐਂਡ ਲਿਮਟਿਡ ਆਵਰਸ ਆਫ ਵਰਕ। ਸਰਕਾਰ ਦਖਲ ਦਿੰਦੀ ਸੀਗੀ, ਕਹਿੰਦੀ ਸੀ ਕਿ ਕੰਮ ਦੇ ਘੰਟੇ ਘੱਟ ਕਰੋ ਅਤੇ ਵੇਜਸ ਨੂੰ ਇੰਸ਼ੋਰ ਕਰੋ ਕਿ ਵਧੀਆ ਜਿਹੜੇ ਹੈਗੇ ਵੇਜਸ ਦਿੱਤੇ ਜਾਣ, ਲੋਕਾਂ ਨੂੰ ਦਿਹਾੜੀ ਦਿੱਤੀ ਜਾਵੇ, ਜਿਹੜੀ ਹੈਗੀ ਉਹਨਾਂ ਦੀ ਬੇਸਿਕ ਨੀਡਸ ਖਾਣੇ ਦੀਆਂ ਅਤੇ ਰਹਿਣ ਸਹਿਣ ਦੀਆਂ ਪੂਰੀਆਂ ਹੋ ਸਕਣ। ਬਟ ਫੈਕਟਰੀ ਇੰਸਪੈਕਟਰ ਕੁਡ ਨਾਟ ਪ੍ਰੀਵੈਂਟ ਰੂਲਸ ਬੀਇੰਗ ਬ੍ਰੋਕਨ। ਅਤੇ ਫੈਕਟਰੀ ਮਾਲਕ ਜਿਹੜੇ ਪਰਵਾਹ ਨਹੀਂ ਕਰਦੇ ਸੀ, ਰੂਲ ਤੋੜਦੇ ਰਹਿੰਦੇ ਸੀਗੇ ਅਤੇ ਲੋਕਾਂ ਨੂੰ ਉਨੇ ਜਿਹੜੇ ਹੈ ਕੰਮ ਦੇ ਘੰਟੇ ਵੀ ਘੱਟ ਨਹੀਂ ਕਰ ਰਹੇ ਸੀਗੇ ਅਤੇ ਉਹਨਾਂ ਦਾ ਪੈਸਾ ਵੀ ਖਾ ਜਾਂਦੇ ਸੀ। ਇਨ ਕਰਾਫਟ ਯੂਨਿਟ ਕੀ ਹੁੰਦਾ ਸੀਗਾ ਐਂਡ ਸਮਾਲ ਵਰਕਸ਼ਾਪ ਦਾ ਵਰਕਿੰਗ ਡੇ ਵਾਜ਼ ਸਮਟਾਈਮਸ 15 ਆਵਰਸ। ਕਈ ਵਾਰੀ ਲੋਕਾਂ ਨੂੰ ਫਿਰ 15 ਘੰਟੇ ਕੰਮ ਕਰਨਾ ਪੈਂਦਾ ਸੀ, ਕੰਪੇਅਰਡ ਵਿਦ 10 to 12 ਆਵਰਸ ਇਨ ਫੈਕਟਰੀਜ਼। ਤਾਂ ਕਰਾਫਟਸ ਯੂਨਿਟ ਦੇ ਵਿੱਚ ਕੀ ਹੁੰਦਾ ਸੀਗਾ ਕਿ 15 ਆਵਰਸ ਕੰਮ ਕਰਦੇ ਸੀਗੇ ਕਰਾਫਟਮੈਨ, ਜਦੋਂ ਕਿ ਫੈਕਟਰੀਆਂ ਦੇ ਵਿੱਚ 10 ਤੋਂ 12 ਘੰਟੇ ਕੰਮ ਹੁੰਦਾ ਸੀ। ਅਕੋਮੋਡੇਸ਼ਨ ਵੇਰੀਡ ਫਰੋਮ ਰੂਮਸ ਟੂ ਡਾਰਮੀਟਰੀਜ਼। ਹੁਣ ਅਕੋਮੋਡੇਸ਼ਨ ਕਿੱਦਾਂ ਦੀ ਹੋ ਗਈ ਸੀ? ਜਿਹੜਾ ਹੁਣ ਡਾਰਮੀਟਰੀਜ਼ ਕੀ ਹੁੰਦੇ ਆ ਕਿ ਤੁਸੀਂ ਦੇਖਿਆ ਹੋਣਾ ਆਮ ਕਦੇ ਹੋਸਟਲ ਦੇ ਵਿੱਚ ਹੁੰਦੇ ਆ, ਇਹ ਇੱਕ ਬੈੱਡ ਦੇ ਉੱਪਰ ਦੂਸਰਾ ਬੈੱਡ ਬਣਿਆ ਹੁੰਦਾ, ਜਾਣੀ ਇੱਕ ਬੈੱਡ ਦੇ ਉੱਪਰ ਹੀ ਜਿਹੜੇ ਹੈਗੇ ਆ ਫਲੋਰ ਬਣੇ ਹੁੰਦੇ ਆ, ਔਰ ਇੱਕ ਬੈੱਡ ਦੇ ਵਿੱਚ ਹੀ ਜਿਹੜੇ ਹੈਗੇ ਆ 1 to 3 ਪੀਪਲ ਜਿਹੜੇ ਸੌਂ ਸਕਦੇ ਆ, ਉੱਪਰ ਕਰਕੇ ਸ਼ੈਲਫਸ ਬਣੀਆਂ ਹੁੰਦੀਆਂ। ਤਾਂ ਹੁਣ ਅਕੋਮੋਡੇਸ਼ਨ ਇੰਨੀ ਹੋ ਗਈ ਕਿ ਇੱਕ ਕਮਰੇ ਦੇ ਵਿੱਚ 15 ਤੋਂ 15 ਲੋਕ ਇੱਕੋ ਰੂਮ ਦੇ ਵਿੱਚ ਜਿਹੜੇ ਹੈਗੇ ਸੌਂ ਰਹੇ ਸੀਗੇ, ਇੰਨਾ ਕੰਜਸਟਡ ਕੰਮ ਹੋ ਰਿਹਾ ਸੀ। ਵਰਕਰ ਵਰ ਡਿਵਾਈਡ ਸੋਸ਼ਲ ਗਰੁੱਪ। ਵਰਕਰ ਨੂੰ ਡਿਵਾਈਡ ਕਰ ਦਿੱਤਾ ਗਿਆ ਸੀ ਸੋਸ਼ਲ ਗਰੁੱਪ ਦੇ ਵਿੱਚ। ਸਮ ਹੈਡ ਸਟਰੋਂਗ ਲਿੰਕ ਵਿਦ ਦਾ ਵਿਲੇਜ ਫਰੋਮ ਵਿਚ ਦੇ ਕੇਮ।
ਤੇ ਕੁਝ ਲੋਕ ਇੱਦਾਂ ਦੇ ਸੀ ਜਿਨ੍ਹਾਂ ਦਾ ਸਟਰੋਂਗ ਲਿੰਕ ਸੀਗਾ ਆਪਣੇ ਪਿੰਡਾਂ ਨਾਲ, ਜਿੱਥੋਂ ਉਹ ਆਏ ਸੀਗੇ। ਅਦਰ ਹੈਡ ਸੈਟਲਡ ਇਨ ਸਿਟੀਜ਼ ਪਰਮਾਨੈਂਟਲੀ, ਤੇ ਕਈ ਜਿਹੜੇ ਹੈਗੇ ਆ ਸਿਟੀਜ਼ ਦੇ ਵਿੱਚ ਪਰਮਾਨੈਂਟ ਸੈਟਲ ਹੋ ਗਏ ਸੀਗੇ। ਤੇ ਕਈਆਂ ਨੂੰ ਵਿਚਾਰਿਆਂ ਨੂੰ ਫਿਰ ਕੀ ਆ, ਉਹਨਾਂ ਦੀ ਅਟੈਚਮੈਂਟ ਪਿੰਡਾਂ ਨਾਲ ਜ਼ਿਆਦਾ ਸੀ, ਡੇਲੀ ਅਪ ਡਾਊਨ ਕਰਦੇ ਸੀ, ਆਉਂਦੇ ਸੀ ਜਾਂਦੇ ਸੀਗੇ। ਵਰਕਰ ਵਰ ਡਿਵਾਈਡ ਬਾਏ ਸਕਿੱਲ, ਤੇ ਸਕਿੱਲ ਦੇ ਆਧਾਰ 'ਤੇ ਵੀ ਵਰਕਰ ਨੂੰ ਡਿਵਾਈਡ ਕਰਤਾ ਗਿਆ ਸੀਗਾ ਕਿ ਇਹਨਾਂ ਨੂੰ ਕੀ ਕੰਮ ਆਉਂਦਾ ਹੈਗਾ। ਜਿਨ੍ਹਾਂ ਨੂੰ ਕੋਈ ਕੰਮ ਨਹੀਂ ਆਉਂਦਾ ਉਹਨਾਂ ਨੂੰ ਜਿਹੜੀ ਹੈਗੀ ਨਾਰਮਲ ਜਨਰਲ ਲੇਬਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀਗਾ। ਆ ਮੈਟਲ ਵਰਕ ਆਫ ਸੇਂਟ ਪੀਟਰਸਬਰਗ ਰਿਕਾਰਡ, ਮੈਟਲ ਵਰਕ ਕੰਸੀਡਰਡ ਦੈਮਸੈਲਫ ਐਰਿਸਟੋਕਰੇਟਸ ਅਮੰਗ ਅਦਰ ਵਰਕਰ। ਹੁਣ ਜਿਹਨਾਂ ਨੂੰ ਮੈਟਲ ਦਾ ਕੰਮ ਆਉਂਦਾ ਸੀ, ਧਾਤ ਦਾ ਕੰਮ ਆਉਂਦਾ ਸੀ, ਲੋਹੇ ਨੂੰ ਢਾਲਣਾ, ਸੋਨੇ ਨੂੰ ਢਾਲਣਾ, ਉਹ ਆਪਣੇ ਆਪ ਨੂੰ ਅਰਿਸਟੋਕਰੇਟ ਸਮਝਦੇ ਸੀਗੇ, ਬਹੁਤ ਜ਼ਿਆਦਾ ਤਾਨਾਸ਼ਾਹੀ ਕਿ ਸਾਡੇ ਵਰਗੇ ਕੋਈ ਨਹੀਂ, ਆਪਣੇ ਆਪ ਨੂੰ ਖਾਸ ਸਮਝਦੇ ਸੀ ਬਾਕੀਆਂ ਨਾਲੋਂ। ਦੇਅਰ ਆਕੂਪੇਸ਼ਨ ਡਿਮਾਂਡ ਮੋਰ ਟ੍ਰੇਨਿੰਗ ਐਂਡ ਸਕਿੱਲ, ਉਹਨਾਂ ਦਾ ਜਿਹੜਾ ਆਕੂਪੇਸ਼ਨ ਸੀ ਉਹਦੇ ਲਈ ਜ਼ਿਆਦਾਤਰ ਸਾਨੂੰ ਜ਼ਿਆਦਾ ਡਿਮਾਂਡ ਸੀਗੀ ਟ੍ਰੇਨਿੰਗ ਦੀ, ਸਕਿੱਲ ਦੀ। ਵੂਮਨ ਮੇਡ ਅਪ 30% ਆਫ ਦਾ ਫੈਕਟਰੀ ਲੇਬਰ ਫੋਰਸ ਬਾਏ 1940। ਹੁਣ ਵੂਮਨ ਵੀ ਫੈਕਟਰੀਆਂ ਵਿੱਚ ਕੰਮ ਕਰਨ ਲੱਗੀਆਂ, ਉਹਨਾਂ ਦੀ ਮੈਨ ਦੇ ਮੁਕਾਬਲੇ ਜਿਹੜੀ 30% ਗਿਣਤੀ ਸੀਗੀ। ਜੇ 100 ਵਰਕਰ ਕੰਮ ਕਰ ਰਹੇ ਆ ਤਾਂ 31 ਵਰਕਰ ਜਿਹੜੇ ਹੈਗੇ ਆ ਉਹ ਫੀਮੇਲ ਹੁੰਦੇ ਸੀ। ਬਟ ਦੇ ਵਰ ਪੇਡ ਲੈਸ ਦੈਨ ਮੈਨ, ਉਹਨਾਂ ਨੂੰ ਆਦਮੀਆਂ ਨਾਲੋਂ ਘੱਟ ਜਿਹੜਾ ਪੇ ਕੀਤਾ ਜਾਂਦਾ ਸੀਗਾ। ਬਿਟਵੀਨ ਹਾਫ ਐਂਡ 3/4 ਆਫ ਮੈਨ ਵੇਜਸ, ਜਾਂ ਤਾਂ ਉਹਨਾਂ ਨੂੰ ਜਿਹੜਾ ਹੈਗਾ 33% ਦਿੱਤਾ ਜਾਂਦਾ ਸੀ, ਜਾਂ ਉਹਨਾਂ ਨੂੰ 50% ਪੈਸਾ ਹੀ ਦਿੱਤਾ ਜਾਂਦਾ ਸੀ। ਜੇ ਇੱਕ ਆਦਮੀ ਨੂੰ 100 ਰੁਪਏ ਦਿੱਤਾ ਜਾਂਦਾ ਤਾਂ ਫੀਮੇਲ ਨੂੰ ਜਾਂ 33 ਰੁਪਏ ਦਿੱਤੇ ਜਾਂਦੇ ਸੀ, ਜਾਂ ਫਿਰ 50 ਰੁਪਏ ਦਿੱਤੇ ਜਾਂਦੇ ਸੀਗੇ। ਤਾਂ ਇੱਦਾਂ ਦੀ ਜਿਹੜੀ ਹੈਗੀ ਨਾਲ ਉਹਨਾਂ ਦਾ ਐਕਸਪਲਾਈਟੇਸ਼ਨ ਕੀਤਾ ਜਾਂਦਾ ਸੀ ਵੂਮਨ ਦਾ, ਉਹਨਾਂ ਨੂੰ ਜਿਹੜਾ ਹੈਗਾ ਹਰਾਸਮੈਂਟ ਕੀਤੀ ਜਾਂਦੀ ਸੀ। ਡਿਵੀਜ਼ਨ ਅਮੰਗ ਵਰਕਰ ਸ਼ੋਡ ਦੈਮਸੈਲਫ ਇਨ ਡਰੈਸ ਐਂਡ ਮੈਨਰਸ ਟੂ। ਤਾਂ ਹੁਣ ਜਿਹੜੀ ਡਿਵੀਜ਼ਨ ਹੋਈ ਸੀ ਵਰਕਰ ਦੇ ਵੱਲੋਂ, ਜਿਹਨਾਂ ਨੂੰ ਵਰਦੀਆਂ ਪਵਾ ਦਿੱਤੀਆਂ ਗਈਆਂ ਸੀ ਕਿ ਜਿਹੜੇ ਸਕਿਲਡ ਵਰਕਰ ਆ ਉਹਨਾਂ ਦੀ ਡਰੈਸ ਹੋਰ ਤਰ੍ਹਾਂ ਦੀ ਹੋਊਗੀ, ਐਂਡ ਜਿਹੜੇ ਦੂਸਰੇ ਵਰਕਰ ਆ ਉਹਨਾਂ ਦੀ ਡਰੈਸ ਹੋਰ ਤਰ੍ਹਾਂ ਦੀ ਹੋਊਗੀ। ਸਮ ਵਰਕਰ ਫਾਰਮਡ ਐਸੋਸੀਏਸ਼ਨ ਟੂ ਹੈਲਪ ਮੈਂਬਰਸ ਇਨ ਟਾਈਮਸ ਆਫ ਅਨਐਮਪਲਾਇਮੈਂਟ ਔਰ ਫਾਈਨੈਂਸ਼ੀਅਲ ਹਾਰਡਸ਼ਿਪ, ਬਟ ਸੱਚ ਐਸੋਸੀਏਸ਼ਨ ਵਰ ਫਿਊ। ਹੁਣ ਕੀ ਆ, ਵਰਕਰ ਦੇ ਵਿੱਚ ਨਾ ਇੱਕ ਨਵੀਆਂ ਐਸੋਸੀਏਸ਼ਨ ਪੈਦਾ ਹੋਈਆਂ ਜਿਨ੍ਹਾਂ ਨੇ ਹੈਲਪ ਕਰਨਾ ਸ਼ੁਰੂ ਕਰਤਾ ਕਿ ਜੇ ਕਿਸੇ ਫੈਕਟਰੀ ਵਰਕਰ ਨੂੰ ਕੱਢ ਦਿੱਤਾ ਜਾਂਦਾ ਸੀ, ਅਨਐਮਪਲਾਇਮੈਂਟ ਹੋ ਜਾਂਦੀ ਸੀ, ਤਾਂ ਉਹਦੀ ਹੈਲਪ ਕਰਦੇ ਸੀ ਜਿਹੜੇ ਕੰਮ ਕਰਦੇ ਹੁੰਦੇ ਸੀਗੇ। ਅਤੇ ਜਾਂ ਉਹਨਾਂ ਦੀ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ ਗਈ, ਉਹਦੀ ਹੈਲਪ ਕਰਦੇ ਸੀਗੇ ਵਰਕਰ ਜਿਹੜੇ ਕੰਮ ਕਰ ਰਹੇ ਹੁੰਦੇ ਸੀਗੇ ਨਾਲ ਦੇ ਵਰਕਰ। ਡਿਸਪਾਈਟ ਡਿਵੀਜ਼ਨਸ ਵਰਕਰ ਡਿਡ ਯੂਨਾਈਟ ਟੂ ਸਟ੍ਰਾਈਕ ਵਰਕ। ਸਾਰੀ ਡਿਵੀਜ਼ਨ ਹੋਣ ਦੇ ਬਾਵਜੂਦ ਵੀ ਕੀ ਹੋਇਆ ਕਿ ਇੰਨੀ ਵਰਕਰਾਂ ਦੇ ਵਿੱਚ ਜਿਹੜੀ ਹੈਗੀ ਆ ਡਿਵੀਜ਼ਨ ਕਰਤੀ ਸਰਕਾਰ ਨੇ ਜਾਂ ਜਿਹੜੇ ਫੈਕਟਰੀ ਵਰਕਰਸ ਆ ਉਹਨਾਂ ਨੇ, ਬਟ ਫਿਰ ਵੀ ਜਿਹੜਾ ਹੈਗਾ ਵਰਕਰ ਡਿਡ ਨਾਟ ਯੂਨਾਈਟ ਟੂ ਸਟ੍ਰਾਈਕ ਵਰਕਰ ਡਿਡ ਯੂਨਾਈਟ ਟੂ ਸਟ੍ਰਾਈਕ ਵਰਕ, ਅਤੇ ਉਹਨਾਂ ਨੇ ਆਪਣੇ ਆਪ ਨੂੰ ਇਕੱਠਾ ਕਰ ਲਿਆ ਕਿ ਹੁਣ ਉਹ ਸਟ੍ਰਾਈਕ ਕਰਨਗੇ, ਕੰਮ ਨਹੀਂ ਕਰਨਗੇ। ਵੈਨ ਦੇ ਡਿਸਐਗਰੀ ਵਿਦ ਦ ਇੰਪਲਾਇਰਸ ਅਬਾਊਟ ਡਿਸਮਿਸਲਸ ਔਰ ਵਰਕ ਕੰਡੀਸ਼ਨਸ, ਉਹਨਾਂ ਨੇ ਫਿਰ ਵੀ ਆਪਣੇ ਆਪ ਨੂੰ ਇਕੱਠਾ ਕਰ ਲਿਆ। ਉਹਨਾਂ ਨੇ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਵੰਡ ਦਈਏ ਇਹਨਾਂ ਦੀ ਡਰੈਸ ਦੇ ਆਧਾਰ 'ਤੇ, ਇਹਨਾਂ ਦੇ ਕੰਮ ਦੇ ਆਧਾਰ 'ਤੇ, ਬਟ ਜਿਹੜੇ ਹੈਗੇ ਆ ਵਰਕਰ ਇਕੱਠੇ ਹੋ ਗਏ, ਉਹਨਾਂ ਨੇ ਸਟ੍ਰਾਈਕ ਕਰਤੀ ਕਿ ਉਹ ਕੰਮ ਨਹੀਂ ਕਰਨਗੇ। ਉਹ ਡਿਸਐਗਰੀ ਸੀਗੀ ਇੰਪਲਾਇਰ ਨਾਲ। ਇੰਪਲਾਇਰ ਹੁੰਦਾ ਜਿਨ੍ਹਾਂ ਦੀ ਫੈਕਟਰੀ ਹੁੰਦੀ ਕੰਮ ਦੇਣ ਵਾਲਾ, ਕਿ ਉਹ ਉਹਨਾਂ ਦੇ ਕੰਮ ਦੀਆਂ ਕੰਡੀਸ਼ਨਾਂ ਵਿੱਚ ਸੁਧਾਰ ਕਰਨ, ਵਰਕ ਕੰਡੀਸ਼ਨਸ। These strike took place frequently in the textile industry during the 1896 and 1897। ਸਟੂਡੈਂਟ ਆਪਾਂ ਇੱਥੇ ਪੜ੍ਹ ਰਹੇ ਹਾਂ these strikes took place। ਜ਼ਿਆਦਾਤਰ ਸਭ ਤੋਂ ਪਹਿਲੀ ਜਿਹੜੀ ਸਟ੍ਰਾਈਕ ਹੋਈ ਸੀ ਉਹ ਟੈਕਸਟਾਈਲ ਹੁੰਦਾ ਕੱਪੜੇ ਵਾਲੀ ਜਿਹੜੀ ਇੰਡਸਟਰੀ ਹੁੰਦੀ ਆ ਉੱਥੇ ਹੁੰਦੀ ਆ। ਐਂਡ ਇਨ ਦਾ ਮੈਟਲ ਇੰਡਸਟਰੀ ਡਿਊਰਿੰਗ ਦਾ 1902। ਅਤੇ ਫਿਰ ਜਿਹੜੀ ਧਾਤ, ਜਿੱਥੇ ਮੈਟਲ ਹੁੰਦਾ, ਮੈਟਲ ਬਾਰੇ ਕੰਮ ਕਰ ਰਹੇ ਹੁੰਦੇ ਆ, ਚਾਹੇ ਲੋਹਾ ਚਾਹੇ ਸੋਨਾ, ਕੋਈ ਵੀ ਧਾਤ ਆ, ਉਹਦੇ ਉੱਪਰ ਕੰਮ ਹੋ ਰਿਹਾ ਹੁੰਦਾ, ਉੱਥੇ ਵੀ ਜਿਹੜੀ ਹੈਗੀ ਆ ਸਟ੍ਰਾਈਕ ਹੁੰਦੀ ਆ 1902 ਦੇ ਵਿੱਚ। ਇਨ ਦਾ ਕੰਟਰੀ ਸਾਈਡ, ਦਾ ਵਰਡ ਇਜ਼ ਕੰਟਰੀ ਸਾਈਡ ਮੀਨਿੰਗ ਇਨ ਦਾ ਰੂਰਲ ਏਰੀਆ ਆਫ ਦਾ ਕੰਟਰੀ। ਇਨ ਦਾ ਕੰਟਰੀ ਸਾਈਡ, ਪਿੰਡਾਂ ਵੱਲ ਨੂੰ, ਦੇਸ਼ ਦੇ ਅੰਦਰ ਵੱਲ ਨੂੰ, ਜਿੱਥੇ ਪਿੰਡਾਂ ਦੇ ਲੋਕ ਰਹਿੰਦੇ ਆ ਉਹਨੂੰ ਬੋਲਦੇ ਕੰਟਰੀ ਸਾਈਡ। ਪੀਜੈਂਟ ਕਲਟੀਵੇਟ ਮੋਸਟ ਆਫ ਦਾ ਲੈਂਡ, ਜ਼ਿਆਦਾਤਰ ਜਿਹੜੀ ਇਹ ਮੋਸਟ ਲੈਂਡ ਸੀਗੀ ਉਹ ਜਿਹੜੇ ਪੀਜੈਂਟ ਕਲਟੀਵੇਟ ਕਰਦੇ ਸੀ, ਉਹਦੀ ਵਾਹੀ ਕਰਦੇ ਸੀ। ਬਟ ਦਾ ਨੋਬੈਲਿਟੀ, ਦਾ ਕਰਾਊਨ ਐਂਡ ਆਰਥੋਡਾਕਸ ਚਰਚ ਓਨਡ ਲਾਰਜ ਪ੍ਰੋਪਰਟੀ। ਪਰ ਹੁਣ ਇੱਥੇ ਇੱਕ ਪ੍ਰੋਬਲਮ ਫਿਰ ਉਹੀ ਸੀਗੀ ਫਰੈਂਚ ਰੈਵੋਲੂਸ਼ਨ ਵਾਲੀ, ਕਿ ਜਿਹੜੀ ਨੋਬੈਲਿਟੀ ਹੁੰਦੀ ਸੀਗੀ, ਕਰਾਊਨ ਹੁੰਦਾ ਸੀਗਾ। ਕਰਾਊਨ ਮੀਨਸ ਮਤਲਬ ਕਿ ਅਸੀਂ ਰਾਜੇ ਦੀ ਗੱਲ ਕਰ ਰਹੇ ਹਾਂ, ਜ਼ਾਰ ਦੀ। ਆਰਥੋਡਾਕਸ ਚਰਚ ਹੁੰਦੀ ਸੀ, ਉਹਨਾਂ ਕੋਲ ਸਾਰੀ ਪ੍ਰੋਪਰਟੀ ਹੁੰਦੀ ਸੀ। ਲਾਈਕ ਵਰਕਰ ਪੀਜੈਂਟ ਵਰ ਡਿਵਾਈਡਡ।
ਵਰਕਰ ਵਾਂਗੂ ਕਿਸਾਨਾਂ ਨੂੰ ਵੀ ਵੰਡਿਆ ਗਿਆ ਸੀਗਾ। ਦੇ ਵਰ ਆਲਸੋ ਡੀਪਲੀ ਰਿਲੀਜੀਅਸ, ਉਹ ਬਹੁਤ ਜ਼ਿਆਦਾ ਡੂੰਘੀ ਤੌਰ 'ਤੇ ਰਿਲੀਜੀਅਸ ਸੀਗੇ, ਜ਼ਿਆਦਾ ਧਰਮ ਨੂੰ ਮੰਨਦੇ ਸੀ। ਬਟ ਐਕਸੈਪਟ ਇਨ ਏ ਫਿਊ ਕੇਸਿਸ ਦੇ ਹੈਡ ਨੋ ਰਿਸਪੈਕਟ ਫਾਰ ਦਾ ਨੋਬੈਲਿਟੀ, ਬਟ ਕੁਛ ਨੂੰ ਛੱਡ ਕੇ ਬਾਕੀਆਂ ਦੇ ਵਿੱਚ ਕੋਈ ਰਿਸਪੈਕਟ ਨਹੀਂ ਸੀ ਨੋਬੈਲਿਟੀ ਬਾਰੇ, ਵੀ ਨੋਬਲ ਦਾ ਉਹ ਆਦਰ ਮਾਣ, ਉਹਨਾਂ ਦੀ ਰਿਸਪੈਕਟ ਕਰਨ। ਨੋਬਲਸ ਗੋਟ ਦੀਅਰ ਪਾਵਰ ਐਂਡ ਪੋਜੀਸ਼ਨ ਥਰੂ ਦੀਅਰ ਸਰਵਿਸ ਟੂ ਦਾ ਜ਼ਾਰ। ਜਿਹੜੇ ਨੋਬਲ ਸੀਗੇ ਉਹ ਖਾਸ ਕਿਵੇਂ ਬਣੇ ਹੋਏ ਸੀਗੇ, ਕਿਉਂਕਿ ਉਹ ਕੁਛ ਸਰਵਿਸ ਸੀਗੀਆਂ ਜਿਹੜੀਆਂ ਪ੍ਰੋਵਾਈਡ ਕਰਦੇ ਸੀ ਜ਼ਾਰ ਨੂੰ, ਰਾਜੇ ਨੂੰ। ਉਹਨਾਂ ਦੀ ਪੋਜੀਸ਼ਨ ਤਾਂ ਬਣੀ ਹੋਈ ਸੀ ਵਧੀਆ। ਨਾਟ ਥਰੂ ਲੋਕਲ ਪੋਪੂਲੈਰਿਟੀ, ਉਹਨਾਂ ਦੀ ਕੋਈ ਲੋਕਲ ਪੋਪੂਲੈਰਿਟੀ ਕੋਈ ਨਹੀਂ ਸੀਗੀ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ, ਆਪਾਂ ਕਹਿ ਸਕਦੇ ਹਾਂ ਪੋਪੂਲੈਰਿਟੀ ਆ, ਲੋਕ ਉਹਨਾਂ ਨੂੰ ਚਾਹੁੰਦੇ ਆ, ਇਸ ਕਰਕੇ ਨਹੀਂ ਉਹਨਾਂ ਦੀ ਪੋਪੂਲੈਰਿਟੀ ਸੀ। ਉਹ ਜ਼ਾਰ ਨੂੰ ਕੁਛ ਸਰਵਿਸ ਪ੍ਰੋਵਾਈਡ ਕਰਾਉਂਦੇ ਸੀ। ਦਿਸ ਵਾਜ਼ ਅਨਲਾਈਕ ਫਰਾਂਸ, ਇਹ ਫਰਾਂਸ ਵਾਂਗੂ ਵੇਅਰ ਡਿਊਰਿੰਗ ਦਾ ਫ੍ਰੈਂਚ ਰੈਵੋਲੂਸ਼ਨ ਇਨ ਬ੍ਰਿਟੇਨੀ ਪੀਜੈਂਟ ਰਿਸਪੈਕਟਡ ਨੋਬਲਸ ਐਂਡ ਫੌਟ ਫਾਰ ਦੈਮ। ਕੁਛ ਥਾਵਾਂ 'ਤੇ ਇੱਦਾਂ ਹੋਇਆ ਸੀਗਾ ਕਿ ਜਿਵੇਂ ਆਪਾਂ ਫਰਾਂਸ ਦੀ ਗੱਲ ਕਰਦੇ ਹਾਂ ਜਾਂ ਬ੍ਰਿਟੇਨ ਦੀ, ਉੱਥੇ ਜਿਹੜੇ ਕਿਸਾਨ ਲੜੇ ਸੀਗੇ ਨੋਬਲ ਵਾਸਤੇ, ਬਟ ਇੱਥੇ ਉਲਟ ਸੀਗਾ, ਉਹ ਨੋਬਲ ਨੂੰ ਨਫ਼ਰਤ ਕਰਦੇ ਸੀਗੇ। ਰਸ਼ੀਆ ਦੇ ਵਿੱਚ ਪੀਜੈਂਟ ਵਾਂਟ ਟੂ ਦਾ ਲੈਂਡ ਆਫ ਦਾ ਨੋਬਲਸ ਟੂ ਬੀ ਗਿਵਨ ਟੂ ਦੈਮ। ਹੁਣ ਰਸ਼ੀਆ ਦੇ ਵਿੱਚ ਕੰਮ ਇਸ ਤਰ੍ਹਾਂ ਉਲਟ ਸੀਗਾ, ਕਿਸਾਨ ਚਾਹੁੰਦੇ ਸੀਗੇ ਕਿ ਜਿਹੜੀ ਲੈਂਡ ਆ ਨੋਬਲ ਦੀ ਜ਼ਮੀਨ ਆ ਉਹ ਉਹਨਾਂ ਨੂੰ ਦਿੱਤੀ ਜਾਵੇ, ਕਿਉਂਕਿ ਉਹਨਾਂ ਦੇ ਉੱਪਰ ਜ਼ਮੀਨ ਉੱਪਰ ਵਾਈ ਵੀ ਕਿਸਾਨ ਹੀ ਕਰਦੇ ਆ, ਔਰ ਕਿਸਾਨਾਂ ਨੂੰ ਹੀ ਜ਼ਮੀਨ ਦਿੱਤੀ ਜਾਣੀ ਚਾਹੀਦੀ ਆ। ਫਰੀਕੁਐਂਟਲੀ ਦੇ ਰਿਫਿਊਜ਼ ਟੂ ਪੇ ਰੈਂਟ ਐਂਡ ਈਵਨ ਮਰਡਰ ਲੈਂਡ ਲਾਰਡਸ, ਅਤੇ ਉਹਨਾਂ ਨੇ ਇਹ ਜਿਹੜਾ ਜ਼ਮੀਨ ਦਾ ਕਿਰਾਇਆ ਦੇਣ ਤੋਂ ਮਨਾ ਕਰਤਾ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਠੇਕਾ ਦੇਣ ਲਈ ਮਨਾ ਕਰਤਾ, ਅਤੇ ਉਹਨਾਂ ਨੇ ਲੈਂਡ ਲਾਰਡਸ ਦਾ ਕਤਲ ਕਰਤਾ। ਇਨ 1902, 1902 ਦੇ ਵਿੱਚ ਕੀ ਹੁੰਦਾ, ਦਿਸ ਔਕਰਡ ਔਨ ਲਾਰਜ ਸਕੇਲ, ਵੱਡੇ ਪੱਧਰ 'ਤੇ ਸਾਰਾ ਕੁਛ ਹੁੰਦਾ ਹੈਗਾ। ਬਹੁਤ ਸਾਰੇ ਲੈਂਡ ਲਾਰਡਸ ਦਾ ਕਤਲ ਕਰਤਾ ਜਾਂਦਾ ਇਨ ਸਾਊਥ ਰਸ਼ੀਆ। ਐਂਡ ਇਨ 1905, 1905 ਦੇ ਵਿੱਚ ਕੀ ਹੁੰਦਾ, ਸੱਚ ਇੰਸੀਡੈਂਟ ਟੁੱਕ ਪਲੇਸ ਆਲ ਓਵਰ ਰਸ਼ੀਆ, ਅਤੇ ਇਹ ਇੰਸੀਡੈਂਟ ਇੰਨਾ ਵੱਡਾ ਰੂਪ ਧਾਰਨ ਕਰ ਲੈਂਦਾ ਕਿ ਪੂਰੇ ਰਸ਼ੀਆ ਦੇ ਵਿੱਚ ਜਿਹੜਾ ਹੈਗਾ ਲੈਂਡ ਲਾਰਡਸ ਦਾ ਕਤਲ ਹੋਣਾ ਸ਼ੁਰੂ ਹੋ ਜਾਂਦਾ, ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ। ਰਸ਼ੀਅਨ ਪੀਜੈਂਟਸ ਵਾਰ ਡਿਫਰੈਂਟ ਫਰੋਮ ਅਦਰ ਯੂਰਪੀਅਨ ਪੀਜੈਂਟ ਇਨ ਅਨਦਰ ਵੇ। ਰਸ਼ੀਅਨ ਪੀਜੈਂਟ ਜਿਹੜੇ ਸੀਗੇ ਕਿਸਾਨ ਸੀਗੇ ਉਹ ਵੱਖਰੇ ਸੀਗੇ ਯੂਰਪੀਅਨ ਕਿਸਾਨਾਂ ਨਾਲੋਂ। ਕਿਵੇਂ, ਅਸੀਂ ਪੜ੍ਹਦੇ ਹਾਂ, ਦੇ ਪੂਲ ਦੀਅਰ ਲੈਂਡ ਟੁਗੈਦਰ ਪੀਰੀਓਡਿਕਲੀ ਐਂਡ ਦੀਅਰ ਕਮਿਊਨ ਮਿਰ ਡਿਵਾਈਡਡ ਇਟ ਅਕੋਰਡਿੰਗ ਟੂ ਦੀਅਰ ਨੀਡ ਆਫ ਇੰਡੀਵਿਜੂਅਲ ਫੈਮਲੀਜ਼। ਹੁਣ ਉਹ ਵੱਖਰੇ ਕਿਵੇਂ ਸੀਗੇ ਕਿ ਉਹ ਇਕੱਠੀ ਲੈਂਡ ਨੂੰ ਵਾਈ ਕਰਦੇ ਸੀਗੇ, ਔਰ ਕਮਿਊਨ ਜਿਹੜਾ ਉਹਨਾਂ ਦਾ ਕਮਿਊਨਿਟੀ ਸੀ, ਮਿਰ ਸੀਗਾ, ਉਹ ਜਿੰਨੀ ਉਹਨਾਂ ਦੀ ਫੈਮਿਲੀ ਨੀਡ ਹੁੰਦੀ ਸੀ ਉਹਦੇ ਹਿਸਾਬ ਨਾਲ ਜਿਹੜਾ ਪੈਸਾ ਅਤੇ ਜਿਹੜਾ ਹੈਗਾ ਕਣਕ ਨੂੰ ਵੰਡ ਦਿੰਦੇ ਸੀਗੇ। ਇਹ ਸੀ ਵੀਡੀਓ ਨੰਬਰ 3 ਸਟੂਡੈਂਟ। ਸਾਡਾ ਚੈਪਟਰ ਸੀਗਾ 2 ਹਿਸਟਰੀ ਦਾ, ਸੋਸ਼ਲਿਜ਼ਮ ਇਨ ਰਸ਼ੀਆ ਐਂਡ ਰਸ਼ੀਅਨ ਰੈਵੋਲੂਸ਼ਨ, ਅਤੇ ਇਹ ਸਾਡੀ ਵੀਡੀਓ ਨੰਬਰ 3 ਸੀ। ਵੀਡੀਓ ਨੰਬਰ 4 'ਚ ਮਿਲਾਂਗੇ ਨਵੇਂ ਸਬ ਹੈਡਿੰਗ ਸਬ ਟੌਪਿਕ ਨਾਲ 2.3 ਸੋਸ਼ਲਿਜ਼ਮ ਇਨ ਰਸ਼ੀਆ। ਥੈਂਕ ਯੂ ਵੈਰੀ ਮੱਚ, ਕੀਪ ਵਾਚਿੰਗ EH ਮੋਗਾ। ਉਦੋਂ ਤੱਕ ਚੈਪਟਰ ਨੂੰ ਅੰਡਰਸਟੈਂਡ ਕਰੋ, ਵਰਡ ਮੀਨਿੰਗ ਨੂੰ ਫਾਈਂਡ ਕਰੋ, ਅਤੇ you will try to deep understanding of this chapter, because the question will be rephrasing in the exam, so you can easily attempt these questions and easily to give the answer of these questions. Thank you very much. Keep watching EH Moga.